ਨਵੇਂ ਸਾਲ ਦੀ ਖੁਸ਼ਾਮਦੀਦ ਕਰਨ ਦਾ ਵੇਲਾ ਆ ਚੁੱਕਿਆ ਹੈ, ਪਰ ਸਾਲ ਜੋ ਗੁਜ਼ਰ ਰਿਹਾ ਹੈ ਉਸ ਸਾਲ ਨੇ ਵੀ ਸਾਨੂੰ ਕਈ ਖੱਟੀਆਂ ਮਿੱਠੀਆਂ ਯਾਦਾਂ ਦਿੱਤੀਆਂ ਨੇ। ਕਈ ਅਹਿਮ ਪਲ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਨੇ, ਜਿਨ੍ਹਾਂ ਸਦਕਾ ਸਾਲ 2013 ਨੂੰ ਯਾਦ ਕਰਨਾ ਵੀ ਬਣਦਾ ਹੈ। ਅਸੀਂ ਨਵੇਂ ਸਾਲ ਦੀ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹਾਂ, ਪਰ ਨਾਲ ਹੀ ਲੰਘੇ ਸਾਲ ਵਿੱਚ ਲੈ ਗਏ ਕੌਮੀ ਹਲਚਲਾਂ ਦਾ ਲੇਖਾ ਜੋਖਾ ਵੀ ਤੁਹਾਡੇ ਤੱਕ ਲੈ ਕੇ ਆਏ ਹਾਂ। ਇਹ ਸਾਲ 2013 ਦੇ ਕੁਝ ਅਜਿਹੀਆਂ ਹਲਚਲਾਂ ਸਨ ਜਿਨ੍ਹਾਂ ਨੇ ਸੁਰਖੀਆਂ ਪਟੋਰੀਆਂ ਤੇ ਨਾਲ ਹੀ ਸਾਲ ਨੂੰ ਵੀ ਯਾਦਗਾਰ ਬਣਾ ਦਿੱਤਾ। ਇਨ੍ਹਾਂ ਯਾਦਾਂ ਦੇ ਕਾਰਵਾਂ ਦੀ ਕਰਦੇ ਹਾਂ ਸ਼ੁਰੂਆਤ ਕੌਮੀ ਹਲਚਲ 2013 ਦੇ ਵਿੱਚ। समाज सेवी अन्ना हजारे दे नाल कदम मिला के चलदियां अरविंद केजरीवाल ने ना सिर्फ इस साल अपने गुरु तो अपना रस्ता वख कीता, बल्कि नवी पार्टी की भी स्थापना कर दी। केजरीवाल दी आम आदमी पार्टी ने दिल्ली विधानसभा चोणां विच कांग्रेस पार्टी नूं करारी हार दा मूंह विखाउंदियां दूजी सब तो वड्डी पार्टी दा दर्जा हासिल कीता। एक नज़र केजरीवाल दी जिंदगी दे सफर ते। ये जो लोकपाल बिल ला रहे हैं, इस लोकपाल बिल से मंत्री तो क्या एक चूहा भी जेल नहीं जा सकता। क्या गुमराह कर रहे हैं कि अन्ना ने ये नहीं देखा, अन्ना ने ये सारा बिल देखा, कह रहे हैं कि इसमें एक चूहा भी जेल में नहीं जाएगा, अरे इसमें शेर भी जाएगा। जिस लोकपाल कानून दे लई करीब 2 साल पहला समाज सेवी अन्ना हजारे ਅਤੇ केजरीवाल ने मिलके जन लोकपाल अंदोलन ਦਾ ਬਿਗਲ ਫੂਕਿਆ ਸੀ, ਅੱਜ ਉਸੇ ਬਿੱਲ ਨੇ ਖੁਦ ਦੋਹਾਂ ਸਦਨਾਂ ਦੀ ਨਈਆਂ ਨੂੰ ਪਾਰ ਕਰਦੇ ਹੋਏ अन्ना ਅਤੇ केजरीवाल ਦੇ ਰਿਸ਼ਤੇ ਨੂੰ ਜੰਗੇ ਮੈਦਾਨ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਸਾਲ 2011 ਤੋਂ ਸ਼ੁਰੂ ਹੋਇਆ ਦੋਨਾਂ ਦਾ ਸਫ਼ਰ 2013 ਦੇ ਅਖੀਰ ਤੱਕ ਆਉਂਦੇ ਟੁੱਟ ਕੇ ਛਿਨ-ਭਿੰਨ ਹੋ ਗਿਆ। ਹਾਲਾਂਕਿ ਗੁਰੂ ਚੇਲਾ ਵਕਤਾਂ ਪਹਿਲਾਂ ਹੀ ਹੋ ਗਏ ਸਨ, ਪਰ ਇਹ ਦੂਰੀਆਂ ਇੰਨੀਆਂ ਵੱਧ ਜਾਣਗੀਆਂ ਕਿ ਇਸ ਦੀ ਵਾਪਸੀ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੇਗੀ। ਅਜਿਹੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ। ਗੁਰੂ ਚੇਲੇ ਦੇ ਰਿਸ਼ਤੇ ਵਿੱਚ ਤਾਜ਼ਾ ਦਰਾਰ ਉਸ ਵੇਲੇ ਸਾਹਮਣੇ ਆਈ ਜਦ ਰਾਲੇਗੜ੍ਹ ਸਿੱਧੀ ਵਿੱਚ ਅਨਸ਼ਨ ਤੇ ਬੈਠੇ अन्ना ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਸੰਸਦ ਵਿੱਚ ਲੋਕਪਾਲ ਬਿੱਲ ਲਿਆਉਣ ਦੇ ਕਦਮ ਦਾ ਸਵਾਗਤ ਕੀਤਾ। ਉੱਥੇ ਲੋਕਪਾਲ ਵਿਧਾਇਕ ਨੂੰ अन्ना ਦਾ ਸਮਰਥਨ ਮਿਲਣ ਤੇ केजरीवाल ਮਾਯੂਸ ਹੋ ਗਏ। ये इंडिपेंडेंट नहीं कर रहे। अगर आज ये सीबीआई को इंडिपेंडेंट कर दे तो शायद हमारे प्रधानमंत्री भी 2G में, कोयला घोटाले में या किसी न किसी मामले में जेल चले जाएं। तो अगर सीबीआई को इन्होंने इंडिपेंडेंट नहीं किया तो इस लोकपाल का फायदा क्या है? मैंने जो देखा है, जो सोचा है, इसमें समाज की भलाई है, देश की बजाय भलाई, ये सोचकर मैं स्वागत किया। As far as the relationship between Lokpal and CBI is concerned, it is truly between the two. Government cannot come in. ਲੰਮੀ ਜੱਦੋਜਹਿਦ ਅਤੇ ਦੋਹਾਂ ਸਦਨਾਂ ਵਿੱਚ ਬਹਿਸ ਤੋਂ ਬਾਅਦ ਲੋਕਪਾਲ ਬਿੱਲ ਨੂੰ ਅਖੀਰ ਪੇਸ਼ ਕੀਤਾ ਗਿਆ ਅਤੇ ਪਾਸ ਵੀ ਕੀਤਾ ਗਿਆ। ਪਰ ਲੋਕਪਾਲ ਬਿੱਲ ਤੇ ਇਕਜੁੱਟ ਹੋ ਕੇ ਜੰਗ ਲੜਨ ਵਾਲੇ ਗੁਰੂ ਚੇਲੇ ਦੇ ਰਾਹਾਂ ਨੂੰ ਹੀ ਇਹ ਬਿੱਲ ਜੁਦਾ ਕਰ ਗਿਆ। ਸਾਲ 2013 ਹਜ਼ਾਰਾਂ ਪਰਿਵਾਰ ਦੇ ਲਈ ਤਬਾਹੀ ਦਾ ਸਬਬ ਬਣਿਆ ਤੇ ਤਬਾਹੀ ਦਾ ਇਹ ਤਾਂਡਵ ਮਚਾਇਆ ਪ੍ਰਾਕਿਰਤਿਕ ਆਪਦਾ ਨੇ। ਜੀ ਹਾਂ, ਜੂਨ 2013 ਵਿੱਚ ਉੱਤਰ ਭਾਰਤ ਵਿੱਚ ਭਾਰੀ ਬਰਖਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਬਾੜ, ਹੜ੍ਹ ਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋ ਗਈ। ਹੜ੍ਹ ਕਰਕੇ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ। ਬਹੁਤ ਸਾਰੇ ਲੋਕ ਹੜ੍ਹ ਵਿੱਚ ਬਹਿ ਗਏ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਤਬਾਹੀ ਦਾ ਇਹ ਖੌਫਨਾਕ ਮੰਜ਼ਰ 17 ਜੂਨ 2013 ਨੂੰ ਹੋਇਆ। ਉੱਤਰਾਖੰਡ ਵਿੱਚ ਅਚਾਨਕ 340 ਮਿਲੀਮੀਟਰ ਦੀ ਰਫ਼ਤਾਰ ਦੇ ਨਾਲ ਬਰਖਾ ਹੋਈ, ਜਿਸ ਦੇ ਕਰਕੇ ਪ੍ਰਦੇਸ਼ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇਸ ਦੌਰਾਨ ਉੱਤਰਕਾਸ਼ੀ ਵਿੱਚ ਬੱਦਲ ਫਟ ਜਾਣ ਕਰਕੇ ਅਸੀਂ ਗੰਗਾ ਤੇ ਭਾਗੀਰਥੀ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ। ਕੁਦਰਤ ਦੇ ਇਸ ਕਹਿਰ ਦਾ ਸਭ ਤੋਂ ਵੱਧ ਅਸਰ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਿਆ। ਇੱਥੇ ਸ਼ਿਵ ਦੀ ਨਗਰੀ ਕੇਦਾਰਨਾਥ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੀ ਭੇਟ ਚੜ੍ਹ ਗਈ।
केदारनाथ मंदिर दा मुख हिस्सा ते सदियों पुराना गुबंद छड़ के नेड़े तेड़े दे सारे पिंड हड़ विच तबाह हो गए। केदारनाथ ते नाल रामबाड़ा, सोनप्रयाग, चंद्रपुरी ते गौरी कुंड विच भी भारी नुकसान होया। न सिर्फ हिमाचल ते उत्तराखंड बल्कि हरियाणा विच भी हड़ दा संकट साफ दिखाई दे रहा सी। कुल मिला के 2013 विच हुई इस तबाही ने हजारां परिवारां ते अपना कहर बरपाया। त्रासदी दी ए खौफनाक मंजर जेकर अज भी याद आ जांदी है तां रूह कंब जांदी है ते दिल तो सिर्फ एक ही दुआ निकलदी है कि कुदरत फिर तो इस तरह काल बन के ना परपे। भारत के पूर्वी तटवर्ती इलाकों नाल टकराउण वाले फेलिन महा तूफान ने देश भर विच एक डर का माहौल पैदा किया। इस कुदरती वर्तारे वालों अंडेमान सागर विच घट दबाव खेतर तो पैदा हुए फेलिन ने 9 अक्तूबर 2013 नूं उत्तरी अंडेमान निकोबार द्वीप समूह पार करदियां एक खौफनाक चक्रवाती तूफान का रूप ले लिया। इस कुदरती वर्तारे वालों जान ते माल का नुकसान किए जाने की भविष्यवाणी काफी हद तक सच साबित हुई। गौरतलब है कि इस महा तूफान कारण सब तो वधेरे नुकसान उड़ीसा के आंध्र प्रदेश विच होया, जिथे इसने 12 अक्तूबर 2013 नूं करीब 9 बजे दस्तक दी। कुल 90 लाख लोग इसकी मार तो प्रभावित हुए, जबकि 2.34 लाख घर तबाह हो गए। इस अलावा 2400 करोड़ की झोने की फसल बर्बाद हो गई। बिहार के हाजीपुर जिले विच भी पूरी खेती तबाह हो गई। सरकार दी कोशिशों सदका लखां लोकां नूं सुरक्षित थावां ते पहुंचाया जा सकिया। छत्तीसगढ़ तो इलावा उत्तर प्रदेश के वाराणसी, कलिया, गोरखपुर, देवरिया, मिर्जापुर ते सोनभद्र दे विच भी इसका प्रभाव भारी बरसात के रूप में वेख्या गया, पर मौसम विभाग की मुस्तैदी के चलदियां इसके नुकसान नूं काफी हद तक घटाया जा सकिया। बीते वरे च बावजूद दवल्ले समझौते दे पाकिस्तान फौज वालों भारत पाकिस्तान सीमा कंट्रोल रेखा ते लगातार गोलीबंदी समझौते की उल्लंघना की गई। दोहा गवांढी देशों विचाले अजिहियां एक पासड़ गुस्सा दबाउण वालियां कार्रवाइयां ने आपसी संबंधां विच घोड़तन वधाई। दस दिए कि साल 2013 च पाकिस्तान ने 195 वार गोलीबंदी की उल्लंघना की थी। पाकिस्तान की माड़ी नीयत का अंदाजा इत्थों लाया जा सकता है कि 2012 के मुकाबले इन्हां उल्लंघना का 2013 च दुगना वाधा होया। इत्थे जिक्रयोग है कि सरकारी आंकड़ियां मुताबिक पाकिस्तान पासियों 2012 च 93 वार, 2011 च 51 और साल 2010 च 44 वार गोलीबंदी दीयां उल्लंघनावां कीतियां गईयां सन। इन्हां उल्लंघना के चलदियां हालात इत्थों तक पहुंच गए कि अक्तूबर 2013 च चाहे थोड़े समय ਲਈ पर दोहां देशों विचाले DGSO पद्धर की गलबात भी मुलतवी हो गई सी, ਜਦੋਂ कि गलबात की मुड़ तो शुरुआत प्रधानमंत्री डॉक्टर मनमोहन सिंह के पाकिस्तान प्रधानमंत्री नवाज शरीफ विचाले मुलाकात तो बाद शुरू हुई। लगातार उल्लंघना के चलदियां पाकिस्तान फौज की हिम्मत इन्नी वध गई कि वह खून खराबे ते भी उतर आए। जनवरी 2013 च भारतीय फौज के सीमा गश्ती दल का एक जवान का सिर वट के शहीद कर दिता गया। इस कड़ी तहत अगस्त 2013 च सीमा कंट्रोल रेखा ते 5 भारतीय फौजियों को भारत की हद अंदर वट के शहीद कर दिता गया। देशवासियों के भड़के गुस्से को शांत करने लई भारतीय फौज के मुखी जनरल विक्रम सिंह ने पाकिस्तान को कड़े लहजे विच इस पूरी घटना के बदला लेने की चेतावनी भी दे दी। हालांकि बाद च दोहां देशों के फौजी जरनलों ने लगातार बदतर होंदी फौजी संबंधां नूं सुखावां बनाउण लई गलबात दा राह तैयार करना पिया। इस साल दिल्ली समेत 5 सूबियां विच विधान सभा चोणां होईयां। दिल्ली विधान सभा चोणां विच जिथे केजरीवाल की आम आदमी पार्टी ने कांग्रेस नूं वड्डा झटका दिता, उत्थे ही भाजपा नूं वड्डी जित हासिल हुई। मध्य प्रदेश, राजस्थान, छत्तीसगढ़ विच भाजपा ने अपनी पकड़ मजबूत की ते दिल्ली विच भी भाजपा वड्डी पार्टी बन के उभरी। 5 साल पहला भाजपा दे विच अंदरूनी खैबाजी करके भारी निराशा झेलण वाली वसुंधरा राजे ने इस बार अपनी पार्टी नूं राजस्थान दे विच शानदार वापसी दिलवाई। राजस्थान दे विच वसुंधरा नूं जिੱਤ दिलवाउण दे लई नरेंद्र मोदी ने भी सूबे दे कई बार दौरे कीते।
ਅਤੇ ਕਈ ਚੁਣਾਵੀ ਰੈਲੀਆਂ ਨੂੰ ਸੰਬੋਧਨ ਵੀ ਕੀਤਾ। ਰਾਜਸਥਾਨ ਦੇ ਵਿੱਚ ਜਿੱਤ ਦੇ ਨਾਲ ਵਿਸਰਾ ਸ਼ਿਵਰਾਜ ਸਿੰਘ ਨੇ ਕਮਾਲ ਹੀ ਕਰ ਦਿਖਾਇਆ, ਜਿੱਥੇ ਭਾਜਪਾ ਦਾ ਕਮਲ ਤੀਜੀ ਵਾਰ ਖਿੜਿਆ। ਸ਼ਿਵਰਾਜ ਦੀ ਹੈਟ੍ਰਿਕ ਨੇ ਉਹਨਾਂ ਨੂੰ ਮੋਦੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਤਾਕਤਵਰ ਨੇਤਾ ਬਣਾ ਦਿੱਤਾ ਹੈ। तमाम आलोचनावां के बावजूद भी शिवराज ਨੂੰ विकास के एजेंडे का फायदा मिला। छत्तीसगढ़ ਦੇ ਵਿੱਚ मोदी ने इस बार काफी समा लगाया, लेकिन रमन सिंह और मोदी दोनों मिलकर रायपुर फतेह नहीं कर पाए। कांग्रेस के लिए यही एक अजिहा सूबा रहा जिथे उसके पैर उकड़े नहीं तो इन्हां चोणां ने कांग्रेस ਨੂੰ सोचण। कौमी हलचलां 2013 जारी ने, पर समा हो गया एक छोटे ਜਿਹੇ ब्रेक का। ਜ਼ਮੀਨ ਪ੍ਰਾਪਰਟੀ ਬਿੱਲ ਪਾਸ ਕਰਵਾਉਣਾ ਵੀ ਸਾਲ 2013 ਦੀ ਵੱਡੀ ਉਪਲਬਧੀ ਰਿਹਾ। ਇਸ ਬਿੱਲ ਰਾਹੀਂ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਬਾਅਦ 5 ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਖਾਸ ਫਾਇਦਾ ਨਹੀਂ ਮਿਲਿਆ। लोक सभा ने लंबे समय तो उड़ीके जा रहे जमीन प्राप्ति और पुनर्वास विधेयक ते अपनी मुहर ला दी है। इस बिल के पास होने तो बाद कांग्रेस उपाध्यक्ष राहुल गांधी ने जिथे खुशी जाहिर की है, उत्थे केंद्रीय मंत्री कपिल सिब्बल ने भी बिल नूं इतिहासिक करार देंदे हुए इस नूं किसानां नूं फायदे वाला दस्सिया। इस विधेयक के जरिए फैक्ट्रियां या फिर भवन निर्माण के लिए जमीन प्राप्ति से प्रभावित होने वाले लोगों को उचित मुआवजा मुहैया करवाउण, जमीन प्राप्ति की प्रक्रिया विच पारदर्शिता लियाउण अते विस्थापित होने वाले लोगों का पुनर्निवास करने का आश्वासन दिता गया। लोक सभा विच विधेयक ते होए मतदान के दौरान उपस्थित 235 लोगों चों 216 मैंबरां ने पक्ष विच अते 19 ने इस दे विरोध विच मतदान किया। जिथे कांग्रेस ने इस नूं इतिहासिक कदम करार दिता है, उत्थे ज्यादातर दलों ने इसका समर्थन तां कीता है, पर नाल ही उपजाऊ जमीन का उद्योगिक विकास से अधिग्रहण ना करन दा तर्क दिता है। पार्टियां ने इसकी थां बेकार या फिर बंजर जमीन का इस्तेमाल करने की सलाह दी है। जमीन छूने की आवश्यकता नहीं है, उसका विकल्प है। उस बंजर बेहद जमीन पड़ी है, उसे लगवाइए कारखाने। ਜ਼ਮੀਨ ਪ੍ਰਾਪਤੀ ਬਿੱਲ ਲੋਕ ਸਭਾ ਵਿੱਚ ਪੇਸ਼ ਹੋ ਚੁੱਕਿਆ ਹੈ। ਇਸ ਬਿੱਲ ਦੀ ਖਾਸ ਬਾਤਾਂ ਤੇ ਦੁਆਂਦਿਆਂ ਤੁਹਾਡਾ ਧਿਆਨ। ਇਸ ਬਿੱਲ ਤਹਿਤ ਜੇਕਰ ਸਰਕਾਰ ਜਾਂ ਕੋਈ ਪ੍ਰਾਈਵੇਟ ਕੰਪਨੀ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਤਾਂ 80% ਕਿਸਾਨਾਂ ਦੀ ਸਹਿਮਤੀ ਇਸ ਵਿੱਚ ਜ਼ਰੂਰੀ ਹੈ। ਹਾਂ, ਨੈਸ਼ਨਲ ਹਾਈਵੇਜ਼ ਇਸ ਦਾ ਅਪਵਾਦ ਰਹਿਣਗੇ। ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ ਸ਼ਹਿਰੀ ਜ਼ਮੀਨ ਦੀ ਕੀਮਤ ਤੋਂ ਦੋਗੁਣੀ ਹੋਏਗੀ, ਜਦਕਿ ਪੇਂਡੂ ਖੇਤਰਾਂ ਵਿੱਚ ਇਹ ਕੀਮਤ ਅਸਲ ਕੀਮਤ ਦੇ 6 ਗੁਣੀ ਹੋਣੀ ਚਾਹੀਦੀ ਹੈ। ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਕਾਰਨ ਦੱਸ ਕੇ ਕਿਸਾਨਾਂ ਤੋਂ ਜ਼ਮੀਨ ਲਈ ਜਾਏਗੀ ਉਸ ਨੂੰ ਬਦਲਿਆ ਨਹੀਂ ਜਾਏਗਾ। ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਸਾਫ਼ ਕਿਹਾ ਕਿ ਇਸ ਬਿੱਲ ਰਾਹੀਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿਸਾਨਾਂ ਤੇ ਮਾਲਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੀ। ਉਹਨਾਂ ਕਿਹਾ ਕਿ ਬਕਾਇਦਾ ਪੂਰੀ ਤਜਵੀਜ਼ਾਂ ਤੋਂ ਬਾਅਦ ਹੀ ਜ਼ਮੀਨ ਪ੍ਰਾਪਤੀ ਕੀਤੀ ਜਾਏਗੀ, ਪਰ ਜੇਕਰ ਦੇਸ਼ ਦੀ ਸੁਰੱਖਿਆ ਲਈ ਕੋਈ ਅਜਿਹੀ ਲੋੜ ਪੈਂਦੀ ਹੈ ਤਾਂ ਤੁਰੰਤ ਜ਼ਮੀਨ ਐਕਵਾਇਰ ਹੋ ਸਕਦੀ ਹੈ। ਇਹ ਡਰਾਫਟ ਬਿੱਲ 1894 ਦੇ ਲੈਂਡ ਐਕੁਇਜ਼ੀਸ਼ਨ ਬਿੱਲ ਦੀ ਥਾਂ ਲਵੇਗਾ ਤੇ ਬਿੱਲ ਤਹਿਤ ਪ੍ਰਾਈਵੇਟ ਕੰਪਨੀਆਂ ਸਿੱਧੇ ਵੀ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰ ਸਕਦੇ ਨੇ, ਪਰ ਬਕਾਇਦਾ ਉਹਨਾਂ ਨੂੰ ਬਿੱਲ ਵਿੱਚ ਸ਼ਾਮਿਲ ਤਜਵੀਜ਼ਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਵਿੱਚ ਸ਼ਾਮਿਲ ਕੁਝ ਹੋਰ ਮੁੱਖ ਤਜਵੀਜ਼ਾਂ ਵਿੱਚ ਸ਼ਾਮਿਲ ਹੈ ਕਿ ਜ਼ਮੀਨ ਨੂੰ ਸਿੱਧਿਆਂ ਐਕਵਾਇਰ ਕਰਨ ਦੀ ਬਜਾਏ ਜ਼ਮੀਨ ਨੂੰ ਡਿਵੈਲਪਰ ਨੂੰ ਪੱਟੇ ਤੇ ਦੇ ਦਿੱਤਾ ਜਾਏਗਾ। ਨਿੱਜੀ ਜਾਇਦਾਦ ਹਾਸਲ ਕਰਨ ਲਈ 80% ਕਿਸਾਨਾਂ ਦੀ ਮਨਜ਼ੂਰੀ ਜ਼ਰੂਰੀ। ਦਲਿਤ, ਆਦੀਵਾਸੀ ਤੇ ਪਿਛੜਿਆਂ ਦੀ ਜ਼ਮੀਨ ਨੂੰ ਬਚਾਉਣ ਤੇ ਉਹਨਾਂ ਤੋਂ ਖੋਈ ਜ਼ਮੀਨ ਵਾਪਸ ਦਿਵਾਉਣ ਦੀ ਵੀ ਤਜਵੀਜ਼ ਇਸ ਬਿੱਲ ਵਿੱਚ ਕੀਤੀ ਗਈ ਹੈ। ਇਸ ਬਿੱਲ ਤਹਿਤ ਸੀਲਿੰਗ ਐਕਟ ਵਿੱਚ ਬਦਲਾਅ ਕੀਤਾ ਗਿਆ ਹੈ। ਲੈਂਡ ਪੂਲ ਨਾਲ ਜ਼ਮੀਨ ਦੀ ਗਰੀਬਾਂ ਵਿੱਚ ਵੰਡ ਹੋਵੇਗੀ। ਬਿੱਲ ਵਿੱਚ ਸ਼ਾਮਿਲ ਹੈ ਕਿ ਕਿਸੇ ਤੋਂ ਵੀ ਜ਼ੋਰ ਜ਼ਬਰਦਸਤੀ ਨਾਲ ਜ਼ਮੀਨ ਨਹੀਂ ਲਈ ਜਾਏਗੀ ਤੇ ਜ਼ਮੀਨ ਪ੍ਰਾਪਤੀ ਦੇ ਨਾਲ-ਨਾਲ ਪੁਨਰਵਾਸ ਦੀ ਵੀ ਪਹਿਲ ਕਦਮੀ ਰਹੇਗੀ। ਪੇਂਡੂ ਵਿਕਾਸ ਵਿਭਾਗ ਮੁਤਾਬਕ ਇਹ ਪਹਿਲਾ ਅਜਿਹਾ ਕਾਨੂੰਨ ਹੋਵੇਗਾ ਜਿਸ ਵਿੱਚ ਜ਼ਮੀਨ ਪ੍ਰਾਪਤੀ ਦੇ ਨਾਲ-ਨਾਲ ਮੁੜ ਵਸੇਬੇ ਦੀ ਜ਼ਿੰਮੇਵਾਰੀ ਵੀ ਜੋੜੀ ਗਈ ਹੈ। ਬਹੁਤ ਚਰਚਿਤ ਬਿੱਲ ਜਿਸ ਵਿੱਚ ਗਰੀਬਾਂ ਨੂੰ ਮਿਲੇਗਾ ਬੇहद ਸਸਤੇ ਭਾਅ ਤੇ ਰਾਸ਼ਨ। ਇਸ ਫੂਡ ਸਿਕਿਉਰਿਟੀ ਬਿੱਲ ਨੂੰ ਵੀ ਸਾਲ 2013 ਦੇ ਵਿੱਚ ਮਿਲੀ ਸੰਸਦ ਦੀ ਪ੍ਰਵਾਨਗੀ।
ਸਿਕਿਉਰਿਟੀ ਬਿੱਲ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਕਾਨੂੰਨ ਬਣਨ ਤੋਂ ਬਾਅਦ ਦੇਸ਼ ਦੀ 2/3 ਆਬਾਦੀ ਨੂੰ ਸਸਤਾ ਅਨਾਜ ਮਿਲੇਗਾ। ਇਸ ਤੋਂ ਲਾਭ ਹਾਸਿਲ ਕਰਨ ਵਾਲਿਆਂ ਨੂੰ ਪ੍ਰਾਥਮਿਕਤਾ ਵਾਲੇ ਪਰਿਵਾਰ ਅਤੇ ਜਨਰਲ ਪਰਿਵਾਰਾਂ ਵਿੱਚ ਵੰਡਿਆ ਗਿਆ ਹੈ। ਪ੍ਰਾਥਮਿਕਤਾ ਵਾਲੇ ਪਰਿਵਾਰਾਂ ਵਿੱਚ ਗਰੀਬੀ ਰੇਖਾ ਤੋਂ ਥੱਲੇ ਗੁਜ਼ਰ ਬਸਰ ਕਰਨ ਵਾਲੇ ਅਤੇ ਜਨਰਲ ਕਲਾਸ ਵਿੱਚ ਗਰੀਬੀ ਰੇਖਾ ਤੋਂ ਉੱਪਰ ਵਾਲੇ ਪਰਿਵਾਰਾਂ ਨੂੰ ਰੱਖਣ ਦੀ ਗੱਲ ਕਹੀ ਗਈ ਹੈ। ਪਿੰਡੂ ਖੇਤਰਾਂ ਵਿੱਚ ਇਸ ਦੇ ਦਾਇਰੇ ਵਿੱਚ 75% ਆਬਾਦੀ ਆਵੇਗੀ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ ਦਾਇਰਾ 50% ਆਬਾਦੀ ਨੂੰ ਕਵਰ ਕਰੇਗਾ। ਇਸ ਦੇ ਤਹਿਤ ਮਿਲਣ ਵਾਲੀ ਫੂਡ ਸਿਕਿਉਰਿਟੀ ਦੇ ਤਹਿਤ ਹਰ ਪ੍ਰਾਥਮਿਕਤਾ ਵਾਲੇ ਪਰਿਵਾਰ ਨੂੰ 3 ਕਿਲੋਗ੍ਰਾਮ ਪ੍ਰਤੀ ਕਿਲੋ ਦੀ ਦਰ ਨਾਲ ਚੌਲ ਅਤੇ 2 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਣਕ ਉਪਲਬਧ ਕਰਾਉਣ ਦੀ ਗੱਲ ਆਖੀ ਗਈ ਹੈ। ਫੂਡ ਸਿਕਿਉਰਿਟੀ ਬਿੱਲ ਦੇ ਮਸੌਦੇ ਦੀਆਂ ਤਜਵੀਜ਼ਾਂ ਦੇ ਤਹਿਤ ਦੇਸ਼ ਦੀ 63.5% ਜਨਤਾ ਨੂੰ ਖੁਰਾਕ ਸੁਰੱਖਿਆ ਦਿੱਤੀ ਜਾਵੇਗੀ। ਇਸ ਦੇ ਬਜਟ ਨੂੰ 63,000 ਕਰੋੜ ਰੁਪਏ ਤੋਂ ਵਧਾ ਕੇ 95,000 ਕਰੋੜ ਰੁਪਏ ਕਰਨ ਦੀ ਗੱਲ ਆਖੀ ਗਈ ਹੈ। ਇਸ ਬਿੱਲ ਦੇ ਕਾਨੂੰਨ ਵਿੱਚ ਤਬਦੀਲ ਹੋ ਜਾਣ ਤੋਂ ਬਾਅਦ ਅਨਾਜ ਦੀ ਮੰਗ 5.5 ਕਰੋੜ ਮੀਟ੍ਰਿਕ ਟਨ ਤੋਂ ਵੱਧ ਕੇ 6.1 ਮੀਟ੍ਰਿਕ ਟਨ ਹੋ ਜਾਵੇਗੀ। ਸਰਕਾਰ ਦਾ ਇਹ ਫੈਸਲਾ ਕਾਫੀ ਅਹਿਮ ਹੈ ਕਿਉਂਕਿ ਸਾਰੀਆਂ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ। ਇਸ ਦੇ ਇਲਾਵਾ ਸਰਕਾਰ ਇਸ ਬਿੱਲ ਵਿੱਚ ਕੁਝ ਹੋਰ ਸੋਧ ਕਰਨ ਲਈ ਵੀ ਰਾਜ਼ੀ ਹੋ ਗਈ ਹੈ। ਜੋ ਸੂਬੇ ਪਹਿਲਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਕੋਟੇ ਨੂੰ ਘਟਾਇਆ ਨਹੀਂ ਜਾਵੇਗਾ। ਤਮਿਲਨਾਡੂ, ਛੱਤੀਸਗੜ੍ਹ ਅਤੇ ਕੇਰਲ ਵਰਗੇ ਸੂਬਿਆਂ ਨੂੰ ਇਸ ਦਾ ਲਾਭ ਮਿਲੇਗਾ। ਆਂਗਨਵਾੜੀ ਯੋਜਨਾ ਤੋਂ ਠੇਕੇਦਾਰਾਂ ਨੂੰ ਬਾਹਰ ਕੀਤਾ ਜਾਵੇਗਾ। ਮੰਨੇ ਜਾ ਰਹੇ ਸਰਕਾਰ ਨੇ ਇਹ ਫੈਸਲਾ ਵਿਰੋਧੀ ਪਾਰਟੀਆਂ ਨੂੰ ਆਪਣੇ ਨਾਲ ਲੈਣ ਲਈ ਕੀਤਾ ਹੈ। ਇਸ ਯੋਜਨਾ ਦੇ ਤਹਿਤ 3 ਸਾਲਾਂ ਤੱਕ ਚੌਲ 3 ਰੁਪਏ, ਕਣਕ 2 ਰੁਪਏ ਅਤੇ ਮੋਟਾ ਅਨਾਜ 1 ਰੁਪਏ ਪ੍ਰਤੀ ਕਿਲੋ ਮਿਲੇਗਾ। ਯੋਜਨਾ ਦਾ ਲਾਭ ਕਿਸ ਨੂੰ ਮਿਲੇਗਾ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਤੇ ਛੱਡੀ ਗਈ ਹੈ। ਯਾਨੀ ਸੂਬਾ ਸਰਕਾਰਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕਿਸ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ। ਘਰ ਦੀ ਸਭ ਤੋਂ ਬਜ਼ੁਰਗ ਔਰਤ ਨੂੰ ਪਰਿਵਾਰ ਦਾ ਮੁਖੀ ਮੰਨਿਆ ਜਾਵੇਗਾ। ਗਰਭਵਤੀ ਮਹਿਲਾ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਨੂੰ ਭੋਜਨ ਤੋਂ ਇਲਾਵਾ ਘੱਟ ਤੋਂ ਘੱਟ 6,000 ਰੁਪਏ ਦਾ ਭੱਤਾ ਮਿਲੇਗਾ। ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਰਕਾਰ ਨੂੰ ਸਾਲ 2013-14 ਵਿੱਚ 612.3 ਲੱਖ ਟਨ ਅਨਾਜ ਦੀ ਲੋੜ ਪਵੇਗੀ। ਕੇਂਦਰ ਨੂੰ ਅਨਾਜ ਦੀ ਖਰੀਦ ਤੇ ਵੰਡ ਦੇ ਲਈ 1.25 ਲੱਖ ਕਰੋੜ ਰੁਪਏ ਖਰਚ ਕਰਨੇ ਪੈਣਗੇ। ਪਿੰਡਾਂ ਦੀ 75% ਤੇ ਸ਼ਹਿਰਾਂ ਦੀ 50% ਆਬਾਦੀ ਇਸ ਦੇ ਦਾਇਰੇ ਵਿੱਚ ਆਵੇਗੀ। ਯਾਨੀ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਨੂੰ ਇਸ ਦਾ ਫਾਇਦਾ ਮਿਲ ਸਕੇਗਾ। ਜੇ ਸੂਬਾ ਸਰਕਾਰ ਸਸਤਾ ਅਨਾਜ ਨਹੀਂ ਦੇ ਪਾਈ ਤਾਂ ਕੇਂਦਰ ਵੱਲੋਂ ਮਦਦ ਮੁਹੱਈਆ ਕਰਵਾਈ ਜਾਵੇਗੀ। 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ICDS ਯਾਨੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਅਤੇ ਮਿਡ ਡੇ ਮੀਲ ਯੋਜਨਾ ਦਾ ਲਾਭ ਮਿਲੇਗਾ। ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸੂਬਿਆਂ ਵੱਲੋਂ ਫੂਡ ਪੈਨਲ ਜਾਂ ਆਯੋਗ ਬਣਾਇਆ ਜਾਵੇਗਾ। ਜੇ ਕੋਈ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਤੇ ਆਯੋਗ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ। ਦੁਰਗਾ ਸ਼ਕਤੀ ਨਾਗਪਾਲ ਜਿਸ ਨੇ ਅਖਿਲੇਸ਼ ਸਰਕਾਰ ਨੂੰ ਸੁੱਕਣੇ ਪਾ ਦਿੱਤਾ ਤੇ IAS ਅਫਸਰਾਂ ਦੀ ਲਾਬੀ ਨੂੰ ਸਰਕਾਰ ਦੇ ਖਿਲਾਫ ਲਾਮਬੰਦ ਕਰ ਦਿੱਤਾ। ਆਖਿਰ ਸਰਕਾਰ ਨੂੰ ਝੁਕਣਾ ਹੀ ਪਿਆ ਤੇ ਦੁਰਗਾ ਨੂੰ ਉਸ ਦੀ ਸ਼ਕਤੀ ਵਾਪਸ ਮਿਲੀ। ਕਦੇ ਜੁਰਮ ਤੇ ਕਦੇ ਰਾਜਨੀਤੀ ਵਿੱਚ ਉਬਾਲ ਕਰਕੇ ਸਰਗਰਮ ਰਹਿਣ ਵਾਲਾ ਉੱਤਰ ਪ੍ਰਦੇਸ਼ ਸਾਲ 2013 ਵਿੱਚ ਵੀ ਸੁਰਖੀਆਂ ਤੋਂ ਦੂਰ ਨਹੀਂ ਰਹਿ ਸਕਿਆ। ਸਾਲ ਦੇ ਵਿਚਕਾਰ ਉੱਤਰ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਇਮਾਨਦਾਰੀ ਨੂੰ ਅਜਿਹੀ ਫਟਕਾਰ ਵੇਖਣ ਨੂੰ ਮਿਲੀ ਜਿਸ ਨੇ ਇੱਕ ਵਾਰ ਤਾਂ ਸੂਬੇ ਦੀ ਸਰਕਾਰ ਦੀ ਛਵੀ ਦਾਗਦਾਰ ਕਰ ਦਿੱਤੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰੇਤ ਮਾਫੀਆ ਦੀ ਨਕੇਲ ਕੱਸਣ ਵਾਲੀ ਨੋਇਡਾ ਦੀ ਤੇਜ਼ਤਰਾਰ ਮਹਿਲਾ SDM ਦੁਰਗਾ ਸ਼ਕਤੀ ਨਾਗਪਾਲ ਦੀ। ਗੌਤਮ ਬੁੱਧ ਨਗਰ ਵਿੱਚ ਮਾਫੀਆ ਦੇ ਖਿਲਾਫ ਅਭਿਆਨ ਛੇੜਨ ਵਾਲੀ IAS ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਨੂੰ ਇਮਾਨਦਾਰੀ ਦੀ ਅਜਿਹੀ ਸਜ਼ਾ ਮਿਲੀ ਕਿ ਅਖਿਲੇਸ਼ ਸਰਕਾਰ ਨੇ ਉਸ ਨੂੰ ਸਸਪੈਂਡ ਕਰ ਦਿੱਤਾ। ਸਰਕਾਰ ਨੇ ਆਰੋਪ ਲਗਾਇਆ ਕਿ ਗੈਰ ਕਾਨੂੰਨੀ ਉਸਾਰੀ ਹਟਾਏ ਜਾਣ ਦੌਰਾਨ ਦੁਰਗਾ ਸ਼ਕਤੀ ਨਾਗਪਾਲ ਨੇ ਇੱਕ ਧਾਰਮਿਕ ਥਾਂ ਨੂੰ ਵੀ ਡਿਗਾਇਆ ਜਿਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਦੀਵਾਰ ਗਿਰਾਨ ਦੇ ਆਰਡਰ ਤੋਂ ਬਾਅਦ ਸੰਪਰਦਾਇਕ ਤਣਾਅ ਪੈਦਾ ਹੋਣ ਦੇ ਖਤਰੇ ਦਾ ਹਵਾਲਾ ਦੇ ਕੇ ਦੁਰਗਾ ਸ਼ਕਤੀ ਨਾਗਪਾਲ ਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਸਸਪੈਂਡ ਕਰਨ ਦਾ ਫੈਸਲਾ ਇੱਥੇ ਹੀ ਠੰਡਾ ਹੁੰਦਾ ਨਹੀਂ ਦਿਖਿਆ। ਨਾਗਪਾਲ ਦੇ ਸਸਪੈਂਸ਼ਨ ਦੇ ਕੇਸ ਵਿੱਚ DM ਦੀ ਰਿਪੋਰਟ ਤੇ ਪਿੰਡ ਵਾਲਿਆਂ ਦੇ ਬਿਆਨ ਨੇ ਨਵਾਂ ਮੋੜ ਦੇ ਦਿੱਤਾ। ਗੌਤਮ ਬੁੱਧ ਨਗਰ ਦੇ DM ਨੇ ਕਿਹਾ ਕਿ ਇਹ ਦੀਵਾਰ ਪਿੰਡ ਵਾਲਿਆਂ ਨੇ ਖੁਦ ਡਿਗਾਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਗ੍ਰੇਟਰ ਨੋਇਡਾ ਦੇ ਕਾਦਲਪੁਰ ਪਿੰਡ ਵਿੱਚ ਗੈਰ ਕਾਨੂੰਨੀ ਉਸਾਰੀ ਦੀ ਗਤੀਵਿਧੀਆਂ ਦੇ ਮੱਦੇਨਜ਼ਰ ਨਾਗਪਾਲ ਉੱਥੇ ਪਹੁੰਚੀ ਜ਼ਰੂਰ ਸੀ ਪਰ ਉਹਨਾਂ ਇਹ ਮਾਮਲਾ ਗੱਲਬਾਤ ਨਾਲ ਹੀ ਸੁਲਝਾ ਲਿਆ ਸੀ।
ਡੀਐਮ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਨਾਗਪਾਲ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਜੇਕਰ ਉਹ ਸਰਕਾਰੀ ਨਿਯਮਾਂ ਅਨੁਸਾਰ ਧਾਰਮਿਕ ਸਥਾਨ ਬਣਾਉਣ ਤਾਂ ਫਿਰ ਠੀਕ ਰਹੇਗਾ, ਨਹੀਂ ਤਾਂ ਉਹ ਖੁਦ ਹੀ ਗੈਰ ਕਾਨੂੰਨੀ ਢਾਂਚਾ ਡਿਗਾ ਦੇਣ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਆਪ ਹੀ ਉਹ ਢਾਂਚਾ ਡਿਗਾ ਦਿੱਤਾ। ਹਾਲਾਂਕਿ ਨਾਗਪਾਲ ਦੇ ਸਸਪੈਂਸ਼ਨ ਤੇ ਨੌਕਰਸ਼ਾਹੀ ਤੇ ਵਿਰੋਧੀ ਧਿਰ ਨੇ ਤਿੱਖੀ ਟਿੱਪਣੀਆਂ ਦਿੱਤੀਆਂ। ਲੋਕਾਂ ਦਾ ਮੰਨਣਾ ਸੀ ਕਿ ਖਨਨ ਮਾਫੀਆ ਦੇ ਦਬਾਅ ਤੋਂ ਬਾਅਦ ਹੀ ਸਰਕਾਰ ਨੇ ਦੁਰਗਾ ਦੇ ਖਿਲਾਫ ਕਾਰਵਾਈ ਕੀਤੀ, ਜੋ ਕਿ ਬਿਲਕੁਲ ਗਲਤ ਹੈ। ਉੱਥੇ ਨਾਗਪਾਲ ਨੂੰ ਕਲੀਨ ਚਿੱਟ ਦੇਣ ਵਾਲੇ ਡੀਐਮ ਰਵੀਕਾਂਤ ਨੂੰ ਦੁਰਗਾ ਸ਼ਕਤੀ ਦਾ ਪੱਖ ਪੂਰਨ ਦੇ ਲਈ ਸਜ਼ਾ ਦਿੱਤੀ ਗਈ। ਰਵੀਕਾਂਤ ਨੂੰ ਡੀਐਮ ਦੇ ਅਹੁਦੇ ਤੋਂ ਹਟਾ ਕੇ ਲਖਨਊ ਬੁਲਾ ਲਿਆ ਗਿਆ। ਉੱਥੇ ਨਾਗਪਾਲ ਨੇ ਹਾਰ ਨਾ ਮੰਨਦਿਆਂ ਹੋਇਆਂ ਅਖੀਰ ਤੱਕ ਜੰਗ ਲੜੀ, ਜਿਸ ਤੋਂ ਬਾਅਦ ਅਖਿਲੇਸ਼ ਸਰਕਾਰ ਨੇ ਫਿਰ ਤੋਂ ਦੁਰਗਾ ਸ਼ਕਤੀ ਨਾਗਪਾਲ ਨੂੰ ਸ਼ਕਤੀ ਵਾਪਸ ਕਰ ਦਿੱਤੀ। ਦੁਰਗਾ ਨੂੰ ਲਖਨਊ ਦੇ ਰੈਵਨਿਊ ਬੋਰਡ ਵਿੱਚ ਨਵਾਂ ਅਹੁਦਾ ਦੇ ਦਿੱਤਾ ਗਿਆ, ਪਰ ਇਸ ਮੁੱਦੇ ਨੇ ਅਖਿਲੇਸ਼ ਸਰਕਾਰ ਨੂੰ ਲੰਬੇ ਸਮੇਂ ਤੱਕ ਉਲਝਾਈ ਰੱਖਿਆ। ਟਮਾਟਰ ਤੇ ਪਿਆਜ਼ ਨੇ ਤਾਂ ਸਾਲ 2013 ਵਿੱਚ ਅਜਿਹਾ ਕੋਹਰਾਮ ਮਚਾਇਆ ਕਿ ਕਾਂਗਰਸ ਦਾ ਚੋਣਾਂ ਦੌਰਾਨ ਸੁਪੜਾ ਹੀ ਸਾਫ਼ ਹੋ ਗਿਆ। ਟਮਾਟਰ ਪਿਆਜ਼ ਤੋਂ ਇਲਾਵਾ ਸਾਰੀਆਂ ਸਬਜ਼ੀਆਂ ਦੇ ਵਾਧੇ ਭਾਅ ਨੇ ਸਾਲ 2013 ਵਿੱਚ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ। ਇਸ ਸਾਲ ਜਿੱਥੇ ਪਿਆਜ਼ ਨੇ ਬਿਨਾਂ ਕੱਟੇ ਹੀ ਲੋਕਾਂ ਨੂੰ ਖੂਬ ਰੁਲਾਇਆ, ਉੱਥੇ ਟਮਾਟਰ ਵੀ ਲੋਕਾਂ ਦਾ ਮਨ ਖੱਟਾ ਕਰਨ ਤੋਂ ਬਾਸ ਨਾ ਆਇਆ। ਸਾਲ ਸ਼ੁਰੂ ਹੁੰਦਿਆਂ ਹੀ ਜਿਵੇਂ-ਜਿਵੇਂ ਦਿਨ ਅੱਗੇ ਵਧਦੇ ਗਏ, ਪਿਆਜ਼ ਦੇ ਤੇਵਰ ਵੀ ਸਿਰ ਚੜ ਕੇ ਬੋਲਦੇ ਗਏ। ਪਿਆਜ਼ ਨੇ ਕੁਝ ਅਜਿਹਾ ਮੂੰਹ ਮੋੜਿਆ ਕਿ ਆਮ ਆਦਮੀ ਨਾਲ ਆਪਣਾ ਨਾਤਾ ਹੀ ਤੋੜ ਲਿਆ। ਘਰ ਤੋਂ ਬਾਹਰ ਕੀ, ਪਿਆਜ਼ ਤਾਂ ਹੋਟਲਾਂ ਤੇ ਢਾਬਿਆਂ ਤੋਂ ਵੀ ਗਾਇਬ ਹੋ ਗਿਆ। ਪਿਆਜ਼ ਨੂੰ ਲੈ ਕੇ ਪੂਰਾ ਸਾਲ ਹਾਹਾਕਾਰ ਮਚਦੀ ਰਹੀ। ਪਿਆਜ਼ ਦੇ ਭਾਵਾਂ ਤੇ ਗਿਰਾਵਟ ਤਾਂ ਨਹੀਂ ਆਈ, ਉਲਟਾ ਉਸਨੇ ਦੂਜੀ ਸਬਜ਼ੀਆਂ ਤੇ ਵੀ ਆਪਣੀ ਛਾਪ ਛੱਡ ਦਿੱਤੀ। ਨਤੀਜਾ ਇਹ ਨਿਕਲਿਆ ਕਿ ਟਮਾਟਰ, ਭਿੰਡੀ, ਮਟਰ, ਇੱਥੋਂ ਤੱਕ ਕਿ ਆਲੂ, ਗੋਭੀ ਵੀ ਸਾਰੀ ਸਬਜ਼ੀਆਂ ਦੇ ਭਾਅ ਆਸਮਾਨੀ ਛੂੰਦੇ ਗਏ। ਮਹਿੰਗਾਈ ਨੇ ਤਾਂ ਲੋਕਾਂ ਦੇ ਮੂੰਹ ਦਾ ਰੋਟੀ ਦਾ ਸਵਾਦ ਹੀ ਖੋਲਿਆ। ਦਿੱਲੀ ਸਮੇਤ ਪੂਰੇ ਭਾਰਤ ਵਿੱਚ ਪਿਆਜ਼ ਨੂੰ ਲੈ ਕੇ ਤਰਾਹੀ ਮਚ ਗਈ। ਲੋਕਾਂ ਨੂੰ ਆਸ ਸੀ ਕਿ ਨਵੀਂ ਫਸਲ ਆਉਣ ਤੋਂ ਬਾਅਦ ਪਿਆਜ਼ ਦੇ ਭਾਅ ਘਟਣਗੇ ਤੇ ਕੁਝ ਸੁਧਾਰ ਹੋਵੇਗਾ, ਪਰ ਲੋਕਾਂ ਦੀ ਆਸ਼ਾ ਨਿਰਾਸ਼ਾ ਵਿੱਚ ਬਦਲ ਗਈ ਜਦ ਪਿਆਜ਼ ਦੀ ਅਕੜ ਉਵੇਂ ਦੀ ਉਵੇਂ ਬਰਕਰਾਰ ਰਹੀ। ਇਸ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਚੁਣਾਵੀ ਮਾਹੌਲ ਸ਼ਾਇਦ ਪਿਆਜ਼ ਦੇ ਮਿਜ਼ਾਜ ਨੂੰ ਬਦਲ ਦੇ, ਪਰ ਚੁਣਾਵੀ ਰੰਗ ਨੂੰ ਵੀ ਫਿੱਕਾ ਕਰਦਾ ਗਿਆ ਪਿਆਜ਼। ਭਾਵੇਂ ਕਿ ਪਿਆਜ਼ ਦੇ ਉਛਾਲ ਨੂੰ ਸਰਕਾਰਾਂ ਵੱਲੋਂ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਪਰ ਪਿਆਜ਼ ਦੀ ਅਕੜ ਬਰਕਰਾਰ ਰਹੀ। ਪਿਆਜ਼ ਰਾਜਨੀਤਿਕ ਪਾਰਟੀਆਂ ਦੇ ਸਾਲ 2013 ਵਿੱਚ ਇੱਕ ਵੱਡੀ ਸਿਰਦਰਦੀ ਬਣ ਕੇ ਉਭਰਿਆ। ਪੰਜ ਨਵੰਬਰ ਨੂੰ ਮਿਸ਼ਨ ਮਾਰਸ ਨੂੰ ਸਫਲਤਾਪੂਰਵਕ ਛੱਡਣ ਦੇ ਨਾਲ ਹੀ ਭਾਰਤ ਵੀ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜੋ ਕਿ ਲਾਲ ਗ੍ਰਹਿ ਤੇ ਸਫਲਤਾਪੂਰਵਕ ਪਹੁੰਚੇ। ਭਾਰਤ ਦੇ ਇਸ ਮਿਸ਼ਨ ਦੀ ਸਫਲਤਾ ਨੇ ਸਾਲ 2013 ਨੂੰ ਯਾਦਗਾਰ ਬਣਾ ਦਿੱਤਾ। ਮੰਗਲ ਗ੍ਰਹਿ ਤੇ ਸਿਮਟੇ ਰਾਜ਼ਾਂ ਨੂੰ ਜਾਣਨ ਦੇ ਲਈ ਸਾਲ 2013 ਨੂੰ ਭਾਰਤ ਦਾ ਮੰਗਲਯਾਨ ਲਾਲ ਗ੍ਰਹਿ ਦੀ ਯਾਤਰਾ ਤੇ ਨਿਕਲਿਆ। 5 ਨਵੰਬਰ 2013 ਨੂੰ 2:38 ਤੇ ਮੰਗਲ ਗ੍ਰਹਿ ਦੀ ਪਰਿਕਰਮਾ ਕਰਨ ਵਾਲੇ ਇਸ ਉਪਗ੍ਰਹਿ ਨੂੰ ਆਂਧਰ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਵਿੱਚ ਸਥਿਤ ਸਤੀਸ਼ ਧਵਨ ਅੰਤਰਿਕਸ਼ ਕੇਂਦਰ ਤੋਂ ਧਰੁਵੀ ਉਪਗ੍ਰਹਿ ਪ੍ਰਿਕਸ਼ਣ ਯਾਨ C-25 ਵੱਲੋਂ ਸਫਲਤਾਪੂਰਵਕ ਛੱਡਿਆ ਗਿਆ। ऐसे नाल ही भारत भी उन्हां देशां दी सूची विच शामिल हो गया जिन्हां ने मंगल ते अपने यान भेजे ने। ਜੇ ਭਾਰਤ ਦਾ ਮਾਰਸ ਆਰਬਿਟਰ ਮਿਸ਼ਨ ਯਾਨੀ ਮੰਗਲਯਾਨ ਆਪਣੇ ਮਕਸਦ ਦੇ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਹਿੰਦਾ ਹੈ ਤਾਂ ਫਿਰ ਪੁਲਾੜ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਵਿੱਚ ਹਿੰਦੁਸਤਾਨ ਦੀ ਪਹਿਚਾਨ ਅਤੇ ਕੱਦ VIP ਕੋਟੇ ਵਿੱਚ ਫਿਕਸ ਹੋ ਜਾਏਗਾ। ਮੰਗਲਯਾਨ ਦੀ ਖਾਸੀਅਤ ਹੀ ਆਪਣੇ ਆਪ ਦੇ ਵਿੱਚ ਅਹਿਮ ਹੈ। ਇਸ ਨੂੰ ਪੂਰਾ ਕਰਨ ਦੇ ਵਿੱਚ 450 ਕਰੋੜ ਰੁਪਏ ਦਾ ਖਰਚ ਆਇਆ ਹੈ। ਇੰਨਾ ਹੀ ਨਹੀਂ, ਮੰਗਲਯਾਨ 20 ਕਰੋੜ ਤੋਂ 40 ਕਰੋੜ ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰੇਗਾ। ਮੰਗਲਯਾਨ ਮਿਸ਼ਨ ਤੋਂ ਪਹਿਲਾਂ ਅਮਰੀਕਾ ਅਤੇ ਰੂਸ ਵੀ ਮੰਗਲ ਦੇ ਲਈ ਆਪਣਾ ਯਾਨ ਭੇਜ ਚੁੱਕੇ ਨੇ। 1960 ਵਿੱਚ ਰੂਸ ਨੇ ਪਹਿਲੀ ਵਾਰ ਮੰਗਲ ਤੇ ਯਾਨ ਭੇਜਣ ਦੀ ਕੋਸ਼ਿਸ਼ ਕੀਤੀ ਸੀ।
ਅਤੇ ਅੱਜ ਅਮਰੀਕੀ ਯਾਨ ਮੰਗਲ ਤੇ ਪਹੁੰਚ ਕੇ ਲਾਲ ਗ੍ਰਹਿ ਦੇ ਰਾਜ਼ ਨੂੰ ਬੇਪਰਦਾ ਕਰ ਰਹੇ ਨੇ। ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਆ ਕੇ ਖੜਾ ਹੋ ਗਿਆ ਹੈ ਜਿਨ੍ਹਾਂ ਨੂੰ ਪੁਲਾੜ ਵਿਗਿਆਨ ਦੇ ਵਿੱਚ ਮਹਾਰਤ ਹਾਸਿਲ ਹੈ। ਕੌਮੀ ਹਲਚਲਾਂ 2013 ਜਾਰੀ ਨੇ, ਪਰ ਸਮਾਂ ਹੋ ਗਿਆ ਹੈ ਛੋਟੇ ਜਿਹੇ ਬ੍ਰੇਕ ਦਾ। ਪਿਛਲੇ 9 ਸਾਲਾਂ ਤੋਂ ਲਟਕ ਰਿਹਾ ਪੈਨਸ਼ਨ ਬਿੱਲ ਇਸ ਸਾਲ ਸੰਸਦ ਵਿੱਚ ਪਾਸ ਹੋ ਗਿਆ। ਹਾਲਾਂਕਿ ਵਾਮਪੰਥੀਆਂ ਵੱਲੋਂ ਬਿੱਲ ਦਾ ਜੰਮ ਕੇ ਵਿਰੋਧ ਕੀਤਾ ਗਿਆ, ਪਰ ਵਾਮਪੰਥੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਭਾਜਪਾ ਦੇ ਸਹਿਯੋਗ ਦੇ ਨਾਲ ਲੰਬੇ ਸਮੇਂ ਤੋਂ ਲੰਮਿਤ ਪਿਆ ਇਹ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਬਿੱਲ 2011 ਨੂੰ ਆਖਿਰਕਾਰ ਮਨਜ਼ੂਰੀ ਮਿਲ ਹੀ ਗਈ। ਪਿਛਲੇ 9 ਸਾਲਾਂ ਤੋਂ ਲਟਕਦਾ ਆ ਰਿਹਾ ਪੈਨਸ਼ਨ ਬਿੱਲ ਵੀ ਇਸ ਸਾਲ ਸੰਸਦ ਵਿੱਚ ਪਾਸ ਹੋ ਹੀ ਗਿਆ। ਹਾਲਾਂਕਿ ਖੱਬੇ ਧਿਰਾਂ ਨੇ ਪੈਨਸ਼ਨ ਬਿੱਲ ਦਾ ਜੰਮ ਕੇ ਵਿਰੋਧ ਕੀਤਾ, ਪਰ ਵਾਮ ਦਲਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਵਿਰੋਧੀ ਧਿਰ ਭਾਜਪਾ ਦੇ ਸਹਿਯੋਗ ਨਾਲ ਲਟਕੇ ਪਏ ਪੈਨਸ਼ਨ ਬਿੱਲ ਨੂੰ ਮਨਜ਼ੂਰੀ ਮਿਲ ਗਈ। ਪੈਨਸ਼ਨ ਬਿੱਲ ਪਾਸ ਹੋਣ ਦੇ ਨਾਲ ਹੀ ਉਮੀਦ ਜਗੀ ਹੈ ਕਿ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਤੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰਿਟਾਇਰਮੈਂਟ ਵੀ ਚੰਗਾ ਹੋ ਸਕੇਗਾ, ਕਿਉਂਕਿ ਇਸ ਤੋਂ ਵਧੇਰੇ ਲੋਕ NPS ਵਿੱਚ ਪੈਸਾ ਲਗਾਉਣਗੇ ਤੇ ਬਾਜ਼ਾਰ ਵਿੱਚ ਨਵੇਂ ਫੀਚਰਸ ਦੇ ਨਾਲ ਪੈਨਸ਼ਨ ਪ੍ਰੋਡਕਟ ਵੀ ਆਉਣਗੇ। ਪੈਨਸ਼ਨ ਬਿੱਲ ਨੇ ਨਵੀਂ ਪੈਨਸ਼ਨ ਸਕੀਮ ਦਾ ਨਾ ਸਗੋਂ ਨਾਮ ਬਦਲਿਆ ਹੈ, ਸਗੋਂ ਇਸ ਨੂੰ ਹੋਰ ਲਚੀਲਾ ਵੀ ਬਣਾ ਦਿੱਤਾ ਹੈ। ਹੁਣ ਜ਼ਰੂਰਤ ਪੈਣ ਤੇ ਨਵੇਂ ਨੈਸ਼ਨਲ ਪੈਨਸ਼ਨ ਸਿਸਟਮ ਤਹਿਤ ਪੈਸਾ ਕੱਢਿਆ ਜਾ ਸਕੇਗਾ। ਪਹਿਲਾਂ 60 ਸਾਲ ਤੋਂ ਪਹਿਲਾਂ ਪੈਸਾ ਕਢਾਉਣਾ ਬੇहद ਮੁਸ਼ਕਿਲ ਸੀ। ਇਸ ਤੋਂ ਇਲਾਵਾ ਹੁਣ ਜੇਕਰ ਤੁਸੀਂ ਚਾਹੋਗੇ ਤਾਂ ਆਪਣੇ ਪੈਨਸ਼ਨ ਦੇ ਲਈ ਅਜਿਹਾ ਫੰਡ ਚੁਣ ਸਕੋਗੇ ਜਿਸ ਦੀ ਰਿਟਰਨ ਦੀ ਘੱਟੋ-ਘੱਟ ਗਾਰੰਟੀ ਹੋਵੇਗੀ। ਪਹਿਲਾਂ ਅਜਿਹੀ ਗਾਰੰਟੀ ਨਹੀਂ ਹੋਣ ਕਰਕੇ ਲੋਕ ਇਸ ਤੇ ਘੱਟ ਭਰੋਸਾ ਕਰਦੇ ਸਨ। ਇਹ ਸਾਲ ਭਾਜਪਾ ਦੇ ਲਈ ਵੀ ਖਾਸ ਰਿਹਾ, ਕਿਉਂਕਿ ਲੰਬੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਨਰਿੰਦਰ ਮੋਦੀ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਹੀ ਦਿੱਤਾ ਤੇ ਇਸ ਦਾ ਫਾਇਦਾ ਵੀ ਭਾਜਪਾ ਨੂੰ ਸਾਲ ਦੇ ਅਖੀਰ ਵਿੱਚ ਹੋਈਆਂ 5 ਸੂਬਿਆਂ ਦੀਆਂ ਚੋਣਾਂ ਦੇ ਵਿੱਚ ਮਿਲਿਆ। ਸਾਲ 2013 ਨਰਿੰਦਰ ਮੋਦੀ ਨੂੰ ਲੋਕਾਂ ਵਿਚਕਾਰ ਪ੍ਰਧਾਨ ਮੰਤਰੀ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਸਥਾਪਿਤ ਕਰ ਗਿਆ। ਸਤੰਬਰ 1950 ਨੂੰ ਜਨਮੇ ਨਰਿੰਦਰ ਮੋਦੀ ਲਈ ਹਾਲਾਂਕਿ ਰਾਹ ਆਸਾਨ ਨਹੀਂ ਸੀ ਤੇ ਸਭ ਤੋਂ ਵੱਡਾ ਅੜਿੱਕਾ ਪਾਰਟੀ ਦੇ ਉੱਘੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਆਇਆ। ਲਾਲ ਕ੍ਰਿਸ਼ਨ ਅਡਵਾਨੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਤੋਂ ਬਾਅਦ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਮੁੱਖ ਦਾਅਵੇਦਾਰ ਸਨ ਤੇ ਪਾਰਟੀ ਨੇ ਸਾਲ 2009 ਵਿੱਚ ਉਹਨਾਂ ਦੀ ਲੀਡਰਸ਼ਿਪ ਵਿੱਚ ਚੋਣ ਵੀ ਲੜੇ, ਪਰ ਪਾਰਟੀ ਨੂੰ ਹਾਰ ਮਿਲੀ ਤੇ LK ਅਡਵਾਨੀ ਦਾ ਦਾਅਵਾ ਕਮਜ਼ੋਰ ਹੋ ਗਿਆ। ਲਗਾਤਾਰ ਨਿਗਾਰ ਵੱਲ ਜਾ ਰਹੀ ਭਾਜਪਾ ਲਈ ਮੋਦੀ ਹੀ ਇੱਕ ਆਸ ਬਣੇ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਦੇ ਇੱਕ ਤਰਫਾ ਰਾਜ ਨੇ ਦਾਅਵੇ ਨੂੰ ਹੋਰ ਮਜ਼ਬੂਤੀ ਦੇ ਦਿੱਤੀ। RSS ਨੇ ਵੀ ਮੋਦੀ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁਹਰ ਲਗਾ ਦਿੱਤੀ, ਪਰ ਪਾਰਟੀ ਦਾ ਇੱਕ ਖੇਮਾ ਮੋਦੀ ਦੀ ਕਾਰਜ ਪ੍ਰਣਾਲੀ ਤੋਂ ਖਫਾ ਰਿਹਾ ਤੇ ਕਦੇ ਖੁੱਲ੍ਹੇਆਮ ਤੇ ਕਦੇ ਦਬੀ ਆਵਾਜ਼ ਵਿੱਚ ਰੋਸ ਜਤਾਉਂਦਾ ਰਿਹਾ। ਇਸ ਖੇਮੇ ਵਿੱਚ ਸ਼ਾਮਿਲ ਸਨ ਸ਼ਿਵਰਾਜ ਚੌਹਾਨ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਉਮਾ ਭਾਰਤੀ ਤੇ ਲਾਲ ਕ੍ਰਿਸ਼ਨ ਅਡਵਾਨੀ। ਮੋਦੀ ਲਈ ਰਾਹ ਔਖਾ ਸੀ, ਪਰ ਲੋਕਾਂ ਦੇ ਹੁੰਗਾਰੇ, ਪਾਰਟੀ ਕਾਰਜਕਰਤਾਵਾਂ ਦਾ ਪਿਆਰ ਤੇ ਪਾਰਟੀ ਪ੍ਰਧਾਨ ਦੀ ਕਵਾਇਦ ਨੇ ਹੌਲੇ-ਹੌਲੇ ਅਡਵਾਨੀ ਖੇਮੇ ਵਿੱਚ ਸ਼ਾਮਿਲ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਉਮਾ ਭਾਰਤੀ ਨੂੰ ਮਨਾ ਲਿਆ, ਪਰ ਅਡਵਾਨੀ ਦਾ ਗੁੱਸਾ ਖੁੱਲ੍ਹੇਆਮ ਬਾਹਰ ਆਂਦਾ ਰਿਹਾ। ਇੱਕ ਵਾਰ ਤਾਂ ਭਾਜਪਾ ਸਾਲ 2013 ਵਿੱਚ ਦੋ ਭਾਗਾਂ ਵਿੱਚ ਵੰਡੀ ਵੀ ਦਿਖਾਈ ਦਿੱਤੀ, ਇੱਕ ਅਡਵਾਨੀ ਖੇਮਾ ਤੇ ਇੱਕ ਮੋਦੀ ਖੇਮਾ, ਪਰ ਅਖੀਰ ਅਡਵਾਨੀ ਨੂੰ ਚੁੱਕਣਾ ਪਿਆ ਤੇ ਦਿੱਲੀ ਤੇ ਮੱਧ ਪ੍ਰਦੇਸ਼ ਵਿੱਚ ਰੈਲੀ ਕਰ ਦੋਹਾਂ ਨੇਤਾ ਹੱਥ ਮਿਲਾਉਂਦੇ ਤਾਂ ਦਿਖੇ, ਪਰ ਦਿਲਾਂ ਦੀ ਦੂਰੀਆਂ ਹਾਲੇ ਵੀ ਬਰਕਰਾਰ ਸਨ, ਜਦਕਿ ਕਿਸੇ ਸਮੇਂ ਮੋਦੀ ਅਡਵਾਨੀ ਦੇ ਚੇਲੇ ਰਹਿ ਚੁੱਕੇ ਨੇ। ਪਾਰਟੀ ਦੇ ਦਬਾਅ ਤੇ ਲੋਕਾਂ ਦੇ ਹੁੰਗਾਰੇ ਦੇ ਚੱਲਦਿਆਂ ਸਾਲ 2013 ਦੇ ਅੰਤ ਆਉਂਦਿਆਂ ਅਡਵਾਨੀ ਜਿੱਥੇ ਮੋਦੀ ਦੇ ਹੱਕ ਵਿੱਚ ਉਤਰੇ, ਉਤੇ ਮੋਦੀ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਸਾਲ 2013 ਦੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਸਟਾਰ ਕੈਂਪੇਨਰ ਬਣ ਕੇ ਵੀ ਉਭਰੇ। ਜਿੱਥੇ ਮੋਦੀ ਗਏ ਉੱਥੇ ਭੀੜ ਦਾ ਸੈਲਾਬ ਸੁਰਖੀਆਂ ਵਿੱਚ ਬਣਦਾ ਗਿਆ। ज़बान संभाल के, ज़बान संभाल के। ਸਾਲ 2013 ਦਰਮਿਆਨ ਕਾਂਗਰਸ ਤੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਦੇ ਕਥਿਤ ਦਾਅਵੇਦਾਰ ਤੇ ਭਾਜਪਾ ਦੇ ਐਲਾਨੇ ਗਏ ਨਰਿੰਦਰ ਮੋਦੀ, ਇਹਨਾਂ ਦੋਨਾਂ ਦੇ ਹੀ ਪੇਚ ਆਪਸ ਵਿੱਚ ਫਸੇ ਰਹੇ।
नरेंद्र मोदी ने राहुल ਨੂੰ ਸ਼ਹਿਜ਼ਾਦਾ ਤੇ ਪ੍ਰਿੰਸ ਐਲਾਨਿਆ। क्यों हिंदुस्तान की इंटेलिजेंस शाहजादे को जाकर के रिपोर्टिंग करती है? ਮੋਦੀ ਜਿੱਥੇ ਐਗਰੈਸਿਵ ਰਹੇ ਉਥੇ ਰਾਹੁਲ ਹਾਲ ਰਾਜਨੀਤੀ ਦੇ ਇੱਕ ਪਾਇਦਾਨ ਵਿੱਚ ਨੌਸਿੱਖੇ ਦਿਸੇ। गरीबी क्या है पता नहीं है, इनको भूख क्या होती है पता नहीं है मित्रों, इन्होंने गरीबी कभी देखी नहीं है मित्रों। हम गरीबी में पैदा हुए हैं। कांग्रेस कौन होता है? और उन्होंने मुझे बताया कांग्रेसी वो होता है जो कमजोर की मदद करता है। ਰਾਹੁਲ ਤੇ ਮੋਦੀ ਵਿਚਕਾਰ ਚਲੇ ਸ਼ਬਦੀ ਬਾਣਾ ਦੇ ਕੁਝ ਝਲਕਿਆਂ ਪਾਉਂਦਿਆਂ गरीबों की बातें करते हैं, 20वें नंबर पे खड़ा है, 20वें नंबर पर गरीबों की मजाक उड़ा रहे हैं। पिछले 15 सालों में शीला जी ने, कांग्रेस पार्टी ने दिल्ली को बदल के दिखाया है। 2013 ਵਿੱਚ ਜਦ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਸਨ ਤਾਂ ਦੋਹੇ ਨੇਤਾ ਇਹਨਾਂ ਸਰਗਰਮੀਆਂ ਨੂੰ ਹਾਈ ਵੋਲਟੇਜ ਡਰਾਮਾ ਦਾ ਰੁਖ ਦਿੰਦੇ ਰਹੇ ਤੇ ਇੱਕ ਵਾਰ ਤਾਂ ਚੋਣ ਕਮਿਸ਼ਨ ਨੇ ਦੋਹਾਂ ਹੀ ਨੇਤਾਵਾਂ ਨੂੰ ਇਤਿਹਾਦ ਵਰਤਣ ਦੀ ਚੇਤਾਵਨੀ ਦੇ ਦਿੱਤੀ। ਮੋਦੀ ਨੇ ਰਾਹੁਲ ਨੂੰ ਸ਼ਹਿਜ਼ਾਦਾ ਕਹਿੰਦਿਆਂ ਕੇਂਦਰ ਵੱਲੋਂ ਸੂਬਿਆਂ ਨੂੰ ਦਿੱਤੇ ਜਾਣ ਵਾਲੀ ਗ੍ਰਾਂਟ ਤੇ ਕਿਹਾ ਕਿ ਸੂਬਿਆਂ ਨੂੰ ਪੈਸੇ ਕੇਂਦਰ ਵੱਲੋਂ ਕਿਉਂ ਨਹੀਂ ਦਿੱਤੇ ਜਾ ਰਹੇ, ਕਿ ਸ਼ਹਿਜ਼ਾਦਾ ਇਹ ਪੈਸੇ ਆਪਣੇ ਮਾਮੇ ਦੇ ਘਰੋਂ ਲੈ ਕੇ ਆਉਂਦਾ ਹੈ। आजकल दिल्ली से काफी लोग आपके यहाँ आते हैं। मैडम आई थी, शहजादे आए थे, और मैं हैरान हूं, वो आकर के कह रहे हैं इतना 1000 करोड़ छत्तीसगढ़ को दिया, इतना 1000 छत्तीसगढ़ को दिया। मैं छत्तीसगढ़ वालों को पूछता हूं, भैया क्या आप भीख का कटोरा लेके खड़े हैं क्या? जरा जवाब दीजिए मुझे, क्या आप भीख का कटोरा खड़ा लेकर के खड़े हैं क्या? ये दिल्ली वाले आकर के भीख की बातें करते हैं, आपको मंजूर है क्या? यह आपका अपमान है कि नहीं है? मैं पूछना चाहता हूं दिल्ली के सैनिकों को, ये कौन सी भाषा बोल रहे हो? और मैं शाहजादे को पूछना चाहता हूं, ये पैसे दिए पैसे दिए पैसे दिए कह रहे हो, मैं जरा जानना चाहता हूं, ये मामा के घर से लाए थे क्या? ਰਾਹੁਲ ਵੀ ਪਿੱਛੇ ਨਹੀਂ ਰਹੇ ਤੇ ਭਾਜਪਾ ਨੂੰ ਚੋਰ ਪਾਰਟੀ ਕਹਿੰਦਿਆਂ ਇਹ ਤੱਕ ਕਹਿ ਦਿੱਤਾ ਕਿ ਭਾਜਪਾ ਦੰਗਾਬਾਜ਼ ਪਾਰਟੀ ਹੈ। ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ਦੀ ਬਿਮਾਰੀ ਤੇ ਬਿਆਨ ਦਿੰਦਿਆਂ ਕਿਹਾ ਸੀ ਕਿ ਜੇਕਰ ਮੈਡਮ ਬਿਮਾਰ ਨੇ ਤਾਂ ਸ਼ਹਿਜ਼ਾਦੇ ਦੇ ਲਈ ਕੰਮ ਕਿਉਂ ਨਹੀਂ ਛੱਡ ਦਿੰਦੇ। पूछना चाहता हूं, कांग्रेस की हिंदुस्तान में जितनी सरकारें हैं, एक सरकार है क्या मैडम सोनिया जी, एक सरकार कांग्रेस की जो हिंदुस्तान में कहीं पर भी, अरे दिल्ली में जहां प्रधानमंत्री बैठे हैं, जहां मैडम सोनिया जी बैठी हैं, जहां शहजादे बैठे हैं, अरे आपके घर में भी 24 घंटे बिजली आती है क्या? किसी कांग्रेसी राज्य में 24 घंटे बिजली आती है क्या? ये पूछोगे? भारतीय जनता पार्टी की गुजरात में सरकार है, वहां गांव में हर घर में 24 घंटे बिजली देते, 24 घंटे बिजली देते। अगर आप में कोई दम हो मैडम, आप बीमार हैं तो आपके बेटे को काम दो, जरा करके दिखाएं। ਇਹੀ ਨਹੀਂ, ਉਹਨਾਂ ਲੋਕਾਂ ਨੂੰ ਸਵਾਲ ਕੀਤਾ ਕਿ ਉਹ ਖੂਨੀ ਪੰਜੇ ਤੇ ਜ਼ਾਲਿਮ ਹੱਥ ਦਾ ਸਾਥ ਫੇਰ ਚਾਹੁੰਦੇ ਨੇ। भाइयों बहनों, आपको पता है जब छत्तीसगढ़ का जन्म हुआ, अटल बिहारी वाजपेयी जी ने छत्तीसगढ़ बनाया, तो सबसे पहले छत्तीसगढ़ किसके हाथ में गया था? क्या ऐसा खूनी पंजा फिर से चाहिए आपको? ऐसे समाज जीवन को तहस नहस करने वाले हाथ में छत्तीसगढ़ देना चाहते हो? वो 3 साल याद कीजिए, छत्तीसगढ़ को बर्बादी का मंजर देखना पड़ा था। ये तो छत्तीसगढ़ के लोगों की दीर्घदृष्टि थी कि उन्होंने रमन सिंह को चुन लिया और उस जालिम हाथों से छत्तीसगढ़ को बचा लिया और आज छत्तीसगढ़ खड़ा हो गया। भाइयों बहनों, फिर से गलती मत,
गलती से भी किसी जालिम पंजे के हाथ में ये छत्तीसगढ़ मत जाने दे। ਬਿਆਨ ਤੇ ਹੰਗਾਮਾ ਹੋਇਆ ਤੇ ਚੋਣ ਕਮਿਸ਼ਨ ਨੇ ਨਰਿੰਦਰ ਮੋਦੀ ਨੂੰ ਅਹਿਤਿਆਤ ਵਰਤਣ ਦੀ ਗੱਲ ਕਰ ਦਿੱਤੀ। ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੁਜ਼ੱਫਰਨਗਰ ਦੰਗਿਆਂ ਤੇ ਬੇहद ਵਿਵਾਦਿਤ ਬਿਆਨ ਦਿੱਤਾ। ਉਸਨੇ ਕਿਹਾ ਕਿ ਦੰਗਾ ਪੀੜਤਾਂ ਕੋਲ ਪਾਕਿਸਤਾਨ ISI ਦੇ ਫੋਨ ਆਉਂਦੇ ਨੇ। से लोग उनसे बात करना शुरू कर रहे हैं। पाकिस्तान की इंटेलिजेंस एजेंसी के लोग उन लड़कों से बात करना शुरू कर रहे हैं और मैं उन बच्चों से बात कर रहा हूं, उनको कह रहा हूं इनकी बातों में मत आओ। और ये क्या करते हैं मैं आपको बताऊं, ये क्या करते हैं, मुजफ्फरनगर जाएंगे आग लगा देंगे, गुजरात में आग लगा देंगे, यूपी में आग लगा देंगे, कश्मीर में आग लगा देंगे और फिर आप लोगों को और हमें आग बुझानी पड़ती है। ਇਸ ਬਿਆਨ ਤੋਂ ਦੁਖੀ ਚੋਣ ਕਮਿਸ਼ਨ ਨੂੰ ਆਖਿਰ ਰਾਹੁਲ ਨੂੰ ਕਹਿਣਾ ਪਿਆ ਕਿ ਤੁਹਾਡੇ ਭਾਸ਼ਣ ਸ਼ਰਮਸਾਰ ਕਰਨ ਵਾਲਾ ਹੈ। ਉਮੀਦ ਕਰਦੇ ਹਾਂ ਕਿ ਅਗਾਂਹ ਤੋਂ ਤੁਸੀਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਸਰੇਆਮ ਨਹੀਂ ਕਹੋਗੇ। ਨਰਿੰਦਰ ਮੋਦੀ ਦਾ 370 ਧਾਰਾ ਨੂੰ ਕਸ਼ਮੀਰ ਤੋਂ ਖਤਮ ਕਰਨ ਤੇ ਵੀ ਤਗੜਾ ਵਿਰੋਧ ਹੋਇਆ। ਉਮਰ ਅਬਦੁੱਲਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੋਦੀ ਜੇਕਰ 10 ਵਾਰ ਵੀ ਪ੍ਰਧਾਨ ਮੰਤਰੀ ਬਣ ਜਾਣ ਤਾਂ ਵੀ ਇਹ ਧਾਰਾ ਕਸ਼ਮੀਰ ਤੋਂ ਹਟਾ ਨਹੀਂ ਸਕਦੇ। ਬੜਬੋਲੇ ਬੋਲਾਂ ਵਿੱਚ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਆਪ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਪਿੱਛੇ ਨਾ ਰਹੇ। ਉਹਨਾਂ ਖੁੱਲ੍ਹੇਆਮ ਕਿਹਾ ਕਿ ਸਾਰੇ ਮੁਸਲਮਾਨ ਆਪ ਪਾਰਟੀ ਨੂੰ ਹੀ ਵੋਟ ਦੇਣ। ਅਖੀਰ ਚੋਣ ਕਮਿਸ਼ਨ ਨੇ ਇਸ ਤੇ ਇਤਰਾਜ਼ ਜਤਾਇਆ ਤੇ ਚੇਤਾਵਨੀ ਵੀ ਦਿੱਤੀ। ਆਪਣੇ ਭਾਸ਼ਣ ਵਿੱਚ ਸ਼ਾਂਤ ਰਹਿਣ ਵਾਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸਾਲ 2013 ਵਿੱਚ ਬੋਲੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਮਾਨਦਾਰ ਜਾਂ ਚੁੱਪ ਰਹਿਣ ਵਾਲਾ ਸ਼ਖਸ ਨਾ ਸਮਝਿਆ ਜਾਏ। ਭਾਜਪਾ ਤੇ ਨਿਸ਼ਾਨਾ ਸਾਧਦਿਆਂ ਖਾਸ ਤੌਰ ਤੇ ਮੋਦੀ ਤੇ ਨਿਸ਼ਾਨਾ ਕਰਦਿਆਂ ਉਹਨਾਂ ਮੋਦੀ ਨੂੰ ਰਾਜ ਧਰਮ ਨਿਭਾਉਣ ਦੀ ਸਲਾਹ ਦਿੱਤੀ ਜੋ ਕਿ ਉਹਨਾਂ ਨੂੰ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਦਿੱਤੀ ਗਈ ਸੀ। ऐसे भाजपा ने पलटवार करदियां सोशल मीडिया तो लैके आम मंचां तक उस वीडियो नूं बतौर सबूत पेश कीता जिस विच अटल बिहारी वाजपेयी वल्लों अजिहा कोई भी दोष नहीं लगाया गया सी। मध्य प्रदेश चोण इश्तिहारां नूं लैके भी दोहां दलां दे उगे नेता टकरा गए ते चोण कमिशन तो लैके मामला अदालत तक पहुंच गया। पहला कांग्रेस ने शिवराज सिंह चौहान नूं उस वेले चोण कमिशन तक खिंचिया जद उन्हां दी पार्टी ने चोण इश्तिहार विच सेना दी फोटो दा इस्तेमाल कीता। फिर शिवराज चौहान ने सोनिया गांधी ਨੂੰ ਕਾਨੂੰਨੀ ਲੜਾਈ ਵਿੱਚ ਘਸੀਟਿਆ ਜਦ ਕਾਂਗਰਸ ਵੱਲੋਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਕਰਪਸ਼ਨ ਵਿੱਚ ਡੁੱਬਿਆ ਹੋਇਆ ਦੱਸਿਆ ਗਿਆ। ਮੀਡੀਆ ਸਰਕਾਰ ਵੈਬਸਾਈਟ ਵੱਲੋਂ ਸਟਿੰਗ ਆਪਰੇਸ਼ਨ ਕਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੁਣਾਵੀ ਖਰਚ ਦੇ ਲਈ ਚੰਦਾ ਵਸੂਲਣ ਤੇ ਗੈਰ ਕਾਨੂੰਨੀ ਜਾਇਦਾਦ ਬਣਾਉਣ ਦਾ ਖੁਲਾਸਾ 2013 ਦੀ ਸੁਰਖੀਆਂ ਬਟੋਰ ਗਿਆ। ਆਪ ਤੇ ਗਾਜ ਉਦੋਂ ਵੀ ਡਿੱਗੀ ਜਦ ਅੰਨਾ ਦੇ ਉਸ ਬਿਆਨ ਦੀ CD ਰਿਲੀਜ਼ ਹੋ ਗਈ ਜਿਸ ਵਿੱਚ ਉਹ ਕੇਜਰੀਵਾਲ ਤੋਂ फंडा दे नाल गलत इस्तेमाल ते नाराजगी जाहिर कर रहे सन। हालांकि अन्ना ने CD दी सच्चाई ते कोई एतराज नहीं चुकिया ते कहा कि अरविंद उन्हां दे नां दा इस्तेमाल कर चोणां विच लाहा खटन दे फिराक विच ने ते ऐसे संबंधित एक कथित अन्ना समर्थक नचिकेता ने अपने विरोध जताउण लई केजरीवाल दे मुंह ते स्याही सुट के विरोध भी जताया। कांग्रेस नेता राज बब्बर दे बड़बोले बोल भी लोकां नूं हैरान ते परेशान कर गए। दरअसल राज बब्बर ने यह बयान दिता कि मुंबई विच सिर्फ 12 रुपए विच पेट भर खाना खा सकते ने। उन्हां दा यह बयान मुंबई दी प्रेस कॉन्फ्रेंस विच दिता गया ते यह भी कहा गया कि 12 रुपए विच जो बड़ा पाव दी गल नहीं करदे सगों ऐनी राशि विच दाल चावल सांबर ते सब्जी दी गल करते ने। यही नहीं राज बब्बर ने कहा कि टमाटर प्याज दी महंगाई दा गरीब ते कोई असर नहीं क्योंकि वह इन्हां चीज़ां नूं आराम नाल अपने खेतां तो तोड़ के खा सकता है। पर बवाल मचन तो बाद राज बब्बर ने पार्टी तो माफी तो मंगी पर जनता तो माफी मांगना भुल गए। बेहद उच्चे ओहदे ते बैठे साडे नेता ही नहीं सगों ब्यूरोक्रेट्स भी विवादित बयानबाजी कर जाते हैं ते साल 2013 विच CBI डायरैक्टर रंजीत सिन्हा अजिहे ही ब्यूरोक्रेट्स की सूची विच शामिल ने। CBI डायरैक्टर रंजीत सिन्हा ने विवादित बयान दिता। ਉਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਹਨਾਂ ਨੂੰ ਮੁਆਫੀ ਵੀ ਮੰਗਣੀ ਪਈ। CBI ਡਾਇਰੈਕਟਰ ਦਾ ਬਿਆਨ ਸੀ ਕਿ ਜਿਵੇਂ ਖੇਡਾਂ ਵਿੱਚ ਸੱਟੇਬਾਜ਼ੀ ਨੂੰ ਕਾਨੂੰਨੀ ਕੀਤਾ ਜਾ ਸਕਦਾ ਹੈ ਉਵੇਂ ਹੀ ਜੇਕਰ ਅਸੀਂ ਬਲਾਤਕਾਰਾਂ ਨੂੰ ਰੋਕ ਨਹੀਂ ਸਕਦੇ ਤਾਂ ਉਹਨਾਂ ਦਾ ਮਜ਼ਾ ਲੈਣਾ ਚਾਹੀਦਾ ਹੈ। If we legalize betting, and above all, do we have the enforcement agencies? Do we have the enforcement? It is very easy to say that if you can't enforce it, it is like if you can't prevent rape, you enjoy it. इस बयान दे बाहर आने तो बाद लोगों का गुस्सा भी बाहर आ गया। गुस्सा इस कदर बाहर आया कि अखीर केंद्र सरकार नूं अगे आना पिया ते दबाव ते अपनी क्लास लगन तो बाद रंजीत सिन्हा ने अपना बयान वापस लिया ते मुआफी मंगी। I regret any hurt caused as the same was inadvertent and unintended.
I reiterate my deep sense of regard and respect for women and commitment to gender issues. जबान संभाल के जबान संभाल के ਅਸੀਂ ਸਾਲ 2013 ਦੀਆਂ ਸੁਰਖੀਆਂ ਤੁਹਾਡੇ ਤੱਕ ਪਹੁੰਚਾਈਆਂ। ਆਪਣੀ ਅਗਲੀ ਪੇਸ਼ਕਸ਼ ਦੇ ਵਿੱਚ ਅਸੀਂ ਕੌਮਾਂਤਰੀ ਪੱਧਰ ਤੇ ਹੋਈਆਂ ਸੁਰਖੀਆਂ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ। ਵੇਖਣਾ ਨਾ ਭੁੱਲਣਾ ਸਾਡੀ ਅਗਲੀ ਪੇਸ਼ਕਸ਼ कौमांतरी हलचल 2013। वहाँ से नहीं आऊँगा। अच्छा मैं आज़ाद हूँ ना, मारो गोली फिर। ठीक है, अभी तो दूसरा एंकर है ना, एक तो हमने इधर से वॉक दे दी, अब मैं फ्रंट की तरफ ज़्यादा दिखाता हूँ। ठीक है, बहुचर्चित बिल जिस विच गरीबां नूं मिलेगा बेहद सस्ते भाव के राशन। एक मिनट स्क्रिप्ट देना यार, ये ठीक है, ऐसे करूँ ऐसे? हाँ सही पढ़ा है, बोलो उनको दोबारा पढ़ना है, दोबारा पढ़ दूंगा मैं। आखिर विच हुई ऊपर करना है एक मिनट।